Hello friends and viewers, my name is Gurpreet Kaur. I am your IELTS trainer. How are you? I am good and I think you are all fine. In today's video, we are going to talk regarding the task achievement. ਅੱਜ ਆਪਾਂ ਟਾਸਕ ਅਚੀਵਮੈਂਟ ਦੀ ਗੱਲ ਕਰਾਂਗੇ ਵੀ ਰਾਈਟਿੰਗ ਟਾਸਕ 1 ਦੇ ਵਿੱਚੋਂ ਬੈਂਡ ਕਿਵੇਂ ਦਿੱਤੇ ਜਾਂਦੇ ਟਾਸਕ ਅਚੀਵਮੈਂਟ ਦੇ ਵਿੱਚ। ਟਾਸਕ ਅਚੀਵਮੈਂਟ ਦਾ ਮਤਲਬ ਹੁੰਦਾ ਆ ਵੀ ਆਪਾਂ टास्क ਨੂੰ ਕਿੰਨੇ ਕੁ ਪ੍ਰੋਪਰਲੀ ਸਹੀ ਤਰੀਕੇ ਦੇ ਨਾਲ ਲਿਖਿਆ ਹੋਇਆ ਉਹਦੇ ਬਾਰੇ ਗੱਲ ਕਰਦੇ ਆ। ਜਿਵੇਂ ਟਾਸਕ 2 ਦੇ ਵਿੱਚ ਆਪਣੇ ਕੋਲ ਟਾਸਕ ਰਿਸਪੌਂਸ ਹੁੰਦਾ ਆ, ਇਹਦੇ ਵਿੱਚ ਆਪਣੇ ਕੋਲ ਟਾਸਕ ਅਚੀਵਮੈਂਟ ਹੁੰਦੀ ਆ। ਤੇ ਟਾਸਕ ਅਚੀਵਮੈਂਟ ਦੇ ਵਿੱਚ ਆਪਾਂ 1 to 5 ਮੈਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀ, ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ, ਉੱਥੇ ਜਾ ਕੇ ਤੁਸੀਂ ਚੈੱਕ ਕਰ ਲਿਓ। ਤੇ ਅੱਜ ਆਪਾਂ ਦੇਖਦੇ ਹਾਂ 6 to 8 ਬੈਂਡ 9 ਬੈਂਡਸ ਕਿਵੇਂ ਦਿੱਤੇ ਜਾਂਦੇ ਆ। 6 ਬੈਂਡਸ ਦੇ ਵਿੱਚ ਕੀ ਕਹਿੰਦੇ ਆ, ਐਡਰੈਸਿਸ ਇਜ਼ ਦ ਰਿਕੁਆਇਰਮੈਂਟ ਆਫ ਟਾਸਕ, ਠੀਕ ਹੈ, ਪੂਰੀਆਂ ਰਿਕੁਆਇਰਮੈਂਟ ਨੂੰ ਸਹੀ ਐਡਰੈਸ ਕਰਦੇ ਆ। ਪ੍ਰੈਜ਼ੈਂਟਸ ਦ ਐਨ ਓਵਰਵਿਊ ਵਿਦ ਇਨਫੋਰਮੇਸ਼ਨ ਐਪਰੋਪ੍ਰੀਏਟਲੀ ਸਿਲੈਕਟਡ, ਠੀਕ ਹੈ, ਇਨਫੋਰਮੇਸ਼ਨ ਉਹ ਦਿੱਤੀ ਜਾਂਦੀ ਜਿਹੜੀ ਬਿਲਕੁਲ ਸਹੀ ਤਰੀਕੇ ਨਾਲ ਸਿਲੈਕਟ ਕੀਤੀ ਗਈ ਹੁੰਦੀ ਹੈ, ਉਹਦੇ ਨਾਲ ਆਪਾਂ ਕੀ ਆਨਸਰ ਕਰਦੇ ਹਾਂ ਟਾਸਕ ਨੂੰ, ਤੇ ਬਹੁਤ ਵਧੀਆ ਤਰੀਕੇ ਨਾਲ ਆਨਸਰ ਕੀਤਾ ਗਿਆ ਹੁੰਦਾ। ਪ੍ਰੈਜ਼ੈਂਟਸ ਅ ਪਰਪਸ ਦੈਟ ਇਜ਼ ਜਨਰਲੀ ਕਲੀਅਰ, GT ਦੇ ਵਿੱਚ ਕਹਿੰਦੇ ਆ ਇਹ ਇੱਦਾਂ ਦਾ ਪਰਪਸ ਦੱਸਦੇ ਜਿਹੜਾ ਕਿ ਕਲੀਅਰ ਹੁੰਦਾ, ਸਹੀ ਹੁੰਦਾ ਪਰਪਸ। ਦੇਅਰ ਮੇ ਬੀ ਇਨ ਕੰਸਿਸਟੈਂਸਿਸ ਇਨ ਟੋਨ, ਸਮ ਟਾਈਮ ਟੋਨ ਜਿਹੜੀ ਆ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਸਟਰਕਚਰ ਆ, ਫਾਰਮਲ, ਇਨਫਾਰਮਲ ਜਾਂ ਸੈਮੀ ਫਾਰਮਲ ਲੈਟਰ ਆ, ਉਹਦੇ ਅਕੋਰਡਿੰਗ ਟੋਨ ਚੇਂਜ ਹੁੰਦੀ ਆਪਣੇ ਕੋਲ, ਤੇ ਕਈ ਵਾਰੀ ਸਮ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ, ਉਹਦੇ ਵਿੱਚ ਉਹ ਟੋਨ ਚੇਂਜ ਨਹੀਂ ਕਰ ਪਾਉਂਦੇ ਆਪਾਂ। presents and adequately highlight key features, presents and adequately highlight key features, present ਵੀ ਸਹੀ ਕਰਦੇ ਆ ਤੇ ਹਾਈਲਾਈਟ ਵੀ ਕਰਦੇ, ਮਤਲਬ ਦਿਖਾਉਂਦੇ ਵੀ ਆਪਾਂ ਵੀ ਅਸੀਂ ਸਹੀ ਲਿਖਿਆ ਹੋਇਆ। ਬੁਲੇਟ ਪੁਆਇੰਟਸ ਬਟ ਡਿਟੇਲਸ ਮੇ ਬੀ ਇਰਰੈਲੇਵੈਂਟ, ਕਈ ਵਾਰੀ ਬੁਲੇਟ ਪੁਆਇੰਟ ਆਪਾਂ ਦਿੰਦੇ ਹਾਂ, ਕਈ ਵਾਰੀ ਡਿਟੇਲ ਜਿਹੜੀਆਂ ਕਿ ਖਰਾਬ ਹੋ ਸਕਦੇ, ਇਨਐਪਰੋਪ੍ਰੀਏਟ ਔਰ ਇਨਐਕੂਰੇਟ। ਇਨਰੈਲੇਵੈਂਟ, ਇਨਐਪਰੋਪ੍ਰੀਏਟ ਤੇ ਇਨਐਕੂਰੇਟ ਦਾ ਮਤਲਬ ਹੁੰਦਾ ਕਿ ਡਿਟੇਲਸ ਦਿੱਤੀਆਂ ਬਟ ਉਹ ਸਹੀ ਨਹੀਂ। ਜਿਵੇਂ ਡੇਟਾ ਦੇਣਾ ਸੀਗਾ ਅਪਰੋਕਸੀਮੇਟਲੀ 6 ਸੀਗਾ, ਆਪਾਂ ਉੱਥੇ 6 ਲਿਖ ਦਿੱਤਾ, ਉਹ ਗਲਤ ਹੋ ਗਿਆ, ਠੀਕ ਹੈ, ਇਹ ਹੁੰਦੀ ਆ ਇਨਐਪਰੋਪ੍ਰੀਏਟ, ਆਪਾਂ ਨੇ ਇਨਐਕੂਰੇਟ ਡਿਟੇਲ ਦਿੱਤੀ ਆ। ਫਿਰ ਹੁੰਦੇ ਆਪਾਂ ਨੂੰ 7 ਬੈਂਡਸ ਮਿਲਦੇ ਆ, ਕਵਰਸ ਆਲ ਦ ਰਿਕੁਆਇਰਮੈਂਟ ਆਫ ਟਾਸਕ, ਸਾਰਾ ਕੁਝ ਪ੍ਰੋਪਰਲੀ ਸਹੀ ਤਰੀਕੇ ਦੇ ਨਾਲ ਦੱਸਿਆ ਜਾਂਦਾ ਆ। ਪ੍ਰੈਜ਼ੈਂਟਸ ਅ ਕਲੀਅਰ ਓਵਰਵਿਊ ਆਫ ਮੇਨ ਟ੍ਰੈਂਡਸ ਮਤਲਬ ਕੀ ਆ, ਅਪਵਰਡ ਟ੍ਰੈਂਡ ਆ, ਡਾਊਨਵਰਡ ਟ੍ਰੈਂਡ ਆ, ਇਹ ਦੱਸਿਆ ਜਾਂਦਾ। ਡਿਫਰੈਂਸਿਸ ਔਰ ਸਟੇਜਸ, ਡਿਫਰੈਂਸ ਮਤਲਬ ਕਿ ਐਜ਼ ਕੰਪੇਅਰ ਟੂ ਵਾਲੇ ਸਟਰਕਚਰਸ ਲਗਾਏ ਜਾਂਦੇ ਆ, ਲੈਸ ਦੈਨ ਮੋਰ ਦੈਨ ਵਾਲੇ ਸਟਰਕਚਰ ਹੁੰਦੇ ਆ। ਸਟੇਜਿਸ ਬਾਰੇ ਦੱਸਿਆ ਜਾਂਦਾ, ਜਿਵੇਂ ਪ੍ਰੋਸੈਸ ਹੈ ਉਹਦੇ 'ਚ ਸਟੇਜਿਸ, ਡਿਫਰੈਂਟ ਸਟੇਜਿਸ ਬਾਰੇ ਦੱਸਿਆ ਜਾਂਦਾ ਵੀ ਇਹ ਸਟੇਜ 'ਚ ਇਹ ਹੁੰਦਾ, ਦੂਜੀ ਸਟੇਜ 'ਚ ਇਹ ਹੁੰਦਾ। GT ਵਾਲਿਆਂ ਦੇ ਲਈ ਕੀ ਆ, ਪ੍ਰੈਜ਼ੈਂਟਸ ਅ ਕਲੀਅਰ ਪਰਪਸ, ਸਹੀ ਬਿਲਕੁਲ ਪ੍ਰੋਪਰ ਪਰਪਸ ਆਪਾਂ ਦੱਸਦੇ ਹਾਂ। ਵਿਦ ਦਾ ਟੋਨ ਕੰਸਿਸਟੈਂਟ ਐਂਡ ਐਪਰੋਪ੍ਰੀਏਟ, ਟੋਨ ਬਿਲਕੁਲ ਸਹੀ ਹੁੰਦੀ ਆ। ਫਾਰਮਲ ਲੈਟਰ ਦੇ ਵਿੱਚ ਆਪਾਂ ਫਾਰਮੈਲਿਟੀ ਹੀ ਸ਼ੋ ਕਰਦੇ ਹਾਂ। ਕਲੀਅਰਲੀ ਪ੍ਰੈਜ਼ੈਂਟਸ ਐਂਡ ਹਾਈਲਾਈਟ ਕੀ ਫੀਚਰਸ, ਸਹੀ ਤਰੀਕੇ ਨਾਲ ਕੀ ਫੀਚਰਸ ਨੂੰ ਹਾਈਲਾਈਟ ਕੀਤਾ ਜਾਂਦਾ, ਐਕੈਡੈਮਿਕ ਟਾਸਕ ਦੇ ਲਈ ਹੁੰਦਾ ਹੈ। ਬੁਲੇਟ ਪੁਆਇੰਟ ਬਟ ਕੁਡ ਬੀ ਮੋਰ ਫੁੱਲੀ ਐਕਸਟੈਂਡਡ, ਆਪਾਂ ਹੋਰ ਥੋੜ੍ਹਾ ਐਕਸਟੈਂਡ ਕਰ ਸਕਦੇ ਸੀ, ਹੋਰ ਸਹੀ ਤਰੀਕੇ ਨਾਲ ਲਿਖਿਆ ਜਾ ਸਕਦਾ ਸੀਗਾ, ਬਟ ਕੀ ਹੈ ਸਹੀ ਲਿਖਿਆ ਹੁੰਦਾ, ਜੋ ਵੀ ਲਿਖਿਆ ਹੁੰਦਾ ਐਪਰੋਪ੍ਰੀਏਟ ਹੁੰਦਾ, ਸਹੀ ਹੁੰਦਾ ਹੈ। ਇਹ ਇਹਦੇ ਵਿੱਚ ਆਪਾਂ ਨੂੰ ਮਿਲਦੇ 7 ਬੈਂਡਸ। ਫਿਰ ਉਸ ਤੋਂ ਬਾਅਦ ਹੁੰਦਾ 8 ਬੈਂਡ ਵਾਲਾ, ਕਵਰ ਆਲ ਰਿਕੁਆਇਰਮੈਂਟਸ ਆਫ ਦ ਟਾਸਕ ਸਫੀਸ਼ੀਐਂਟਲੀ, ਇਹਦੇ ਵਿੱਚ ਕੀ ਸੀਗਾ, ਪਰਪਸ ਐਪਰੋਪ੍ਰੀਏਟ ਹੁੰਦਾ। ਐਪਰੋਪ੍ਰੀਏਟ ਮਤਲਬ ਕਿ ਉਹਦੇ 'ਚ ਕੁਝ ਨਾ ਕੁਝ ਗਲਤੀਆਂ ਹੋ ਸਕਦੀਆਂ, ਸਫੀਸ਼ੀਐਂਟ ਮਤਲਬ ਜਿੰਨਾ ਚਾਹੀਦਾ ਸੀ ਉਨਾ ਪ੍ਰੋਪਰ ਆਪਾਂ ਨੇ ਦਿੱਤਾ ਹੋਇਆ। ਪ੍ਰੈਜ਼ੈਂਟਸ, ਹਾਈਲਾਈਟਸ ਐਂਡ ਇਲਸਟ੍ਰੇਟਸ ਕੀ ਫੀਚਰਸ, ਪ੍ਰੈਜ਼ੈਂਟ ਵੀ ਕਰਦੇ ਆ, ਹਾਈਲਾਈਟ ਵੀ ਕਰਦੇ ਆ ਤੇ ਇਲਸਟ੍ਰੇਟ ਵੀ ਕਰਦੇ, ਕੀ ਫੀਚਰ ਨੂੰ ਸਹੀ ਤਰੀਕੇ ਨਾਲ ਆਪਾਂ ਦੱਸਦੇ ਹਾਂ। ਬੁਲੇਟ ਪੁਆਇੰਟਸ ਕਲੀਅਰਲੀ ਐਂਡ ਐਪਰੋਪ੍ਰੀਏਟਲੀ, ਬੁਲੇਟ ਪੁਆਇੰਟ ਨੂੰ ਬਿਲਕੁਲ ਕਲੀਅਰਲੀ ਐਕਸਪਲੇਨ ਕੀਤਾ ਗਿਆ ਹੁੰਦਾ, ਐਪਰੋਪ੍ਰੀਏਟ ਹੁੰਦੀ ਆ ਸਾਰਾ ਕੁਝ। ਸਾਰੀਆਂ ਇਨਫੋਰਮੇਸ਼ਨ ਜਿਵੇਂ ਵੀ ਕੋਈ ਰਾਈਟਿੰਗ ਟਾਸਕ 1 ਦੇ ਵਿੱਚ ਆ, ਕਿਤੇ ਡਾਊਨਵਰਡ ਆ, ਕਿਤੇ ਅਪਵਰਡ ਟ੍ਰੈਂਡ ਆ, ਹਾਇਰ ਆ, ਲੋਅਰ ਆ, ਪੀਕ ਪੁਆਇੰਟ 'ਤੇ ਪਹੁੰਚਿਆ, ਦ ਲੀਸਟ ਪੁਆਇੰਟ ਲੋਐਸਟ ਪੁਆਇੰਟ ਨੂੰ ਟੱਚ ਕੀਤਾ, ਇਨਕਰੀਜ਼ ਹੋਇਆ, ਡਿਕਰੀਜ਼ ਹੋਇਆ, ਉਹ ਸਭ ਕੁਝ ਲਿਖਿਆ ਹੋਇਆ। 9 ਬੈਂਡ ਵਾਲਾ ਕੀ ਹੁੰਦਾ, ਫੁੱਲੀ ਸੈਟਿਸਫਾਈ ਆਲ ਦ ਰਿਕੁਆਇਰਮੈਂਟ ਆਫ ਟਾਸਕ, ਮਤਲਬ ਸਭ ਕੁਝ ਬਹੁਤ ਪ੍ਰੋਪਰਲੀ ਐਕਸਪਲੇਨ ਕੀਤਾ ਹੋਇਆ, ਕੁਝ ਵੀ ਵੱਧ ਨਹੀਂ ਗਾ, ਕੁਝ ਵੀ ਘੱਟ ਨਹੀਂ ਗਾ। ਕਲੀਅਰਲੀ ਪ੍ਰੈਜ਼ੈਂਟਸ ਆ ਫੁੱਲੀ ਡਿਵੈਲਪਡ ਰਿਸਪੌਂਸ,
ਬਿਲਕੁਲ ਪ੍ਰੋਪਰ ਰਿਸਪੌਂਸ ਦਿੱਤਾ ਹੁੰਦਾ ਆ, ਬਿਲਕੁਲ ਸਹੀ 9 ਬੈਂਡ ਵਾਲਾ ਐਸੇ ਹੁੰਦਾ ਜਾਂ ਫਿਰ ਜਿਹੜੀ ਵੀ ਲੈਟਰ ਜਾਂ ਫਿਰ ਟਾਸਕ 1 ਆ ਉਹਦੇ ਵਿੱਚ ਕੀ ਆ ਬਿਲਕੁਲ ਐਪਰੋਪ੍ਰੀਏਟਲੀ ਸਾਰਾ ਕੁਝ ਦੱਸਿਆ ਹੁੰਦਾ, ਉਹ 9 ਬੈਂਡ ਵਾਲਾ ਹੁੰਦਾ ਹੈ। ਤੇ ਅੱਜ ਆਪਾਂ ਦੇਖਿਆ 6 to 9 ਬੈਂਡ ਆਪਾਂ ਨੂੰ ਕਦੋਂ ਮਿਲਦੇ ਆ। 6 ਬੈਂਡ ਮਿਲਦੇ ਆਪਾਂ ਸਹੀ ਤਰੀਕੇ ਨਾਲ ਲਿਖਿਆ ਆ, ਐਪਰੋਪ੍ਰੀਏਟ ਹੈਗਾ ਬਟ ਥੋੜ੍ਹੀਆਂ ਜਿਹੀਆਂ ਐਰਰਸ ਕੀਤੀਆਂ ਹੋਈਆਂ। 7 ਬੈਂਡ ਹੁੰਦਾ ਐਪਰੋਪ੍ਰੀਏਟ ਜਾਂ ਐਰਰਸ ਬਹੁਤ ਘੱਟ ਆ। 8 ਬੈਂਡਸ ਕੀ ਆ ਸਫੀਸ਼ੀਐਂਟਲੀ ਸਭ ਕੁਝ ਆਪਾਂ ਡਿਵੈਲਪ ਕੀਤਾ ਹੋਇਆ, ਸਭ ਕੁਝ ਹਾਈਲਾਈਟ ਕੀਤਾ, ਕੋਈ ਵੀ ਇੱਦਾਂ ਦੀ ਟੋਨ ਵਿੱਚ ਕੋਈ ਫਰਕ ਨਹੀਂ ਗਾ, ਕੋਈ ਵੀ ਮਤਲਬ ਪ੍ਰੋਬਲਮ ਨਹੀਂ ਇੱਦਾਂ ਦੀ। ਤੇ 9 ਬੈਂਡ ਵਾਲੇ ਹੁੰਦੇ ਆ ਸਾਰਾ ਕੁਝ ਸਹੀ ਤਰੀਕੇ ਨਾਲ ਲਿਖਿਆ ਹੋਇਆ ਤੇ ਡਿਵੈਲਪ ਵੀ ਪ੍ਰੋਪਰਲੀ ਕੀਤਾ ਹੈ। ਇਹ ਸੀਗੀ ਆਪਣੀ ਅੱਜ ਦੀ ਵੀਡੀਓਜ਼ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ। ਟਾਸਕ ਅਚੀਵਮੈਂਟ ਦੀ, ਕੋਹਰੈਂਸ ਐਂਡ ਕੋਹੀਜਨ ਦੀ, ਲੈਕਸੀਕਲ ਰਿਸੋਰਸ ਦੀ ਤੇ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਤੇ ਲਾਸਟ ਸੀ ਟਾਸਕ ਰਿਸਪੌਂਸ। ਇਹਨਾਂ ਸਾਰੀਆਂ ਦੀਆਂ ਵੀਡੀਓਜ਼ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ, ਤੁਸੀਂ ਜਾ ਕੇ ਦੇਖ ਸਕਦੇ ਆ, ਆਪਣੀ ਨੌਲੇਜ ਨੂੰ ਇਨਹਾਂਸ ਕਰ ਸਕਦੇ ਆ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਇਹਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਤਾਂ ਕਿ ਉਹਨਾਂ ਨੂੰ ਵੀ ਕੋਈ ਬੈਨੀਫਿਟ ਹੋ ਸਕੇ ਇਹ ਵੀਡੀਓਜ਼ ਤੋਂ। ਤੇ ਜੇ ਤੁਸੀਂ ਮੇਰੀਆਂ ਪ੍ਰੀਵੀਅਸ ਵੀਡੀਓਜ਼ ਦੇਖਣੀਆਂ ਆ ਤਾਂ ਤੁਸੀਂ ਪਲੇਲਿਸਟ ਜਾ ਕੇ ਦੇਖ ਸਕਦੇ ਆ। ਗ੍ਰਾਮਰ ਦੇ ਨਾਲ ਰਿਲੇਟਡ ਹੈਗੀਆਂ, ਰੀਡਿੰਗ ਦੇ ਨਾਲ ਰਿਲੇਟਡ, ਲਿਸਨਿੰਗ ਐਂਡ ਪ੍ਰੈਪੋਜੀਸ਼ਨਸ ਦੇ ਨਾਲ ਰਿਲੇਟਡ ਜਾਂ ਕੰਪਲੈਕਸ ਸਟਰਕਚਰਸ ਦੇ ਨਾਲ ਰਿਲੇਟਡ ਵੀਡੀਓਜ਼ ਹੈਗੀਆਂ, ਵੋਕੈਬਲਰੀ ਤੇ ਥੋੜ੍ਹੀਆਂ ਜਿਹੀਆਂ ਵੀਡੀਓਜ਼ ਹੈਗੀਆਂ, ਉਹ ਤੁਸੀਂ ਦੇਖ ਸਕਦੇ ਆ। ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੈਂ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕਰਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ। ਥੈਂਕਸ ਫॉर गिविंग मी योर प्रीशियस टाइम एंड हैव अ नाइस डे गाइस।